ਆਪਾਂ ਨੂੰ ਇਹਨਾਂ ਥੱਲੇ ਵਾਲੇ ਪਾਣੀਆਂ ਦਾ ਗਿਆਨ ਨਹੀਂ, ਇਹ ਗਿਆਨ ਖੰਡੀ ਨੂੰ ਗਿਆਨ ਹੈ। ਇਹ ਪਵਨ ਜਿਹੜੀ ਗੈਸ, ਅੰਗਰੇਜ਼ੀ 'ਚ ਆਪਾਂ ਗੈਸ ਕਹਿੰਦੇ, ਮੇਰੇ ਸਿਰ ਨੂੰ ਪੌਣ ਚੜ੍ਹ ਗਈ, ਗੈਸ ਚੜ੍ਹ ਗਈ, ਸਿਰ ਦਰਦ ਹੋਣ ਲੱਗ ਗਿਆ, ਮੇਰੀ ਗੈਸ ਇਸ ਤਰ੍ਹਾਂ ਹੋ ਗਈ। ਇਹ ਵੀ ਇੱਕ ਚੀਜ਼ ਹੈ ਕਿ ਜਿਹੜੀ ਗਿਆਨ ਖੰਡੀਆਂ ਨੂੰ ਨਜ਼ਰ ਆਉਂਦੀ ਹੈ। ਸੋ ਇਸ ਕਰਕੇ ਆ ਐਕੂਪ੍ਰੈਸ਼ਰ ਸਾਰਾ ਇਹੀ ਚੀਜ਼ ਆ ਜਿਹੜਾ ਪਵਨ ਹੈ, ਇਹ ਪਵਨ ਦਾ ਹੀ ਕੰਮ ਹੈ ਸਰੀਰ ਦੇ ਅੰਦਰ। ਇਹ ਜਿਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਉਹਨਾਂ ਨੂੰ ਥੋੜਾ ਇਹ ਗਿਆਨ ਹੋ, ਇੱਥੋਂ ਦੱਬਣ ਨਾਲ ਆਹ ਚੀਜ਼ ਠੀਕ ਹੋ ਜਾਂਦੀ, ਇੱਥੋਂ ਦੱਬਣ ਨਾਲ ਇਹ ਸਾਰਾ ਬ੍ਰਹਮ ਗਿਆਨੀ ਨੂੰ ਵੈਸੇ ਹੀ ਨਜ਼ਰ ਆਉਣ ਲੱਗ ਜਾਂਦਾ। ਪਾਣੀ ਕਿੱਥੇ ਕਿੰਨੇ ਪ੍ਰਕਾਰ ਦਾ ਹੈ ਇਹ ਵੀ ਉਹਨਾਂ ਨੂੰ ਨਜ਼ਰ ਆਉਣ ਲੱਗ ਜਾਂਦਾ। ਵੈ ਸੰਤਰ ਕਿੰਨੇ ਪ੍ਰਕਾਰ ਦੀ ਅੱਗ ਹੈ। ਪਹਿਲਾਂ ਤਾਂ ਪ੍ਰਤੱਖ ਅੱਗ ਜੀ ਤੇ ਰੋਟੀਆਂ ਬਣਾਉਂਦੇ ਆ, ਇਹੀ ਅੱਗ ਫਿਰ ਬੜਵਾ ਨਾਲ ਬਣ ਜਾਂਦੀ ਸਮੁੰਦਰ ਦੇ ਵਿੱਚ। ਸਮੁੰਦਰ ਦੇ ਵਿੱਚ ਜਿੱਥੇ ਗੜਾੜ ਹੈ, ਵਿਚਕਾਰ ਬਿਲਕੁਲ ਸੈਂਟਰ ਦੇ ਵਿੱਚ ਜਾ ਕੇ ਜਿੱਥੇ ਪਾਣੀ ਦੀ ਘੁੰਮਣ ਘੇਰੀ ਹੈ, ਉੱਥੇ ਜਾ ਕੇ ਪਾਣੀ ਸਮੁੰਦਰ ਦੇ ਥੱਲੇ ਡਿੱਗਦਾ। ਉੱਥੇ ਥੱਲੇ ਇੰਨੀ ਅੱਗ ਹੈ ਜਿਵੇਂ ਤੱਤੇ ਤਵੇ ਤੇ ਬੂੰਦ ਪਾ ਦਈਏ ਸੜ ਜਾਂਦੀ ਹੈ, ਪਾਣੀ ਸੜਦਾ ਰਹਿੰਦਾ ਹਰ ਵਕਤ। ਉਹਨੂੰ ਕਹਿੰਦੇ ਨੇ ਸਮੁੰਦਰ ਦੀ ਜਿਹੜੀ ਬੜਵਾ ਨਾਲ ਅਗਨੀ ਹੈ। ਇਸੇ ਤਰ੍ਹਾਂ ਹੀ ਫਿਰ ਬੈਸੰਤਰ ਜਿਹੜੀ ਅੱਗ ਜੰਗਲ ਨੂੰ ਲੱਗਦੀ ਹੈ, ਦਾਉ ਅਗਨੀ। ਇੱਕ ਹੁੰਦੀ ਸਮਾਨ ਅਗਨੀ ਜਿਹੜੀ ਲੱਕੜ ਵਿੱਚ ਹਮੇਸ਼ਾ ਹੀ ਰਹਿੰਦੀ ਹੈ। ਇੱਕ ਹੁੰਦੀ ਜਠਰਾਗਨ ਅਗਨੀ ਜਿਹਦੇ ਨਾਲ ਆਪਣਾ ਰੋਟੀ ਹਜਮ ਹੁੰਦੀ ਹੈ। ਇੱਕ ਹੁੰਦੀ ਵਿਸ਼ਿਆਂ ਦੀ ਅੱਗ, ਕਾਮ ਦੀ ਅੱਗ, ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ। ਇੱਕ ਤ੍ਰਿਸ਼ਨਾ ਦੀ ਅੱਗ, ਇਹ 'ਚ ਵੀ ਬੰਦਾ ਸੜਦਾ। ਈਰਖਾ ਦੀ ਅੱਗ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਕੋਈ ਬੂਟਾ ਰਹਿ ਗਿਆ ਹਰਾ। ਅੱਗਾਂ ਦੀ ਤਾਂ ਕੋਈ ਕਿਸਮਾਂ ਦਾ ਅੰਤ ਹੀ ਨਹੀਂ। ਇੰਨੇ ਪ੍ਰਕਾਰ ਦੀਆਂ ਅੱਗਾਂ ਨੇ ਜਿਹੜੀਆਂ ਗੁਪਤ ਅਗਨੀਆਂ, ਕੋਈ ਪ੍ਰਗਟ ਅਗਨੀਆਂ। ਇਹ ਸਾਰੀਆਂ ਅਗਨੀਆਂ ਉਹਨਾਂ ਨੂੰ ਹੀ ਨਜ਼ਰ ਆਉਂਦੀਆਂ ਨੇ। ਜਿਵੇਂ ਕੋਈ ਮਹਾਂਪੁਰਸ਼ ਨੂੰ ਮਿਲਣ ਗਿਆ ਗੁਰਮੁਖ ਪਿਆਰਾ, ਜਦੋਂ ਜਾ ਕੇ ਖੜਾ ਸਾਹਮਣੇ, ਕਹਿੰਦੇ ਭਾਈ ਬਹੁਤ ਅੱਗ ਲੱਗੀ ਹੋਈ ਤੈਨੂੰ ਤਾਂ। ਕਹਿੰਦੇ ਮਹਾਰਾਜ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ। ਕਹਿੰਦੇ ਮੈਨੂੰ ਨਜ਼ਰ ਆਉਂਦੀ ਆ। ਕਹਿੰਦੇ ਪਾਠ ਕਰਿਆ ਕਰ ਜਾਦੇ, ਨਹੀਂ ਸੜ ਜਾਏਗਾ ਇਸੇ ਤਰ੍ਹਾਂ ਹੀ। ਕਹਿੰਦੇ ਵਿਸ਼ਿਆਂ ਵਿਕਾਰਾਂ ਦੀ ਅੱਗ ਲੱਗੀ ਹੋਈ ਤੈਨੂੰ ਬਹੁਤ, ਸਾਨੂੰ ਨਜ਼ਰ ਨਹੀਂ ਆਉਂਦੀ। ਕੀਤੇ ਕਾਨ ਮਹੇਸ਼, ਜਿਹੜੇ ਗਿਆਨ ਖੰਡੀ ਪੁਰਸ਼ ਨੇ, ਜਦੋਂ ਗਿਆਨ ਦੀ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਤਾਂ ਉਹਨਾਂ ਨੂੰ ਕਿਤਨੇ ਹੀ ਕਾਨ ਜਿਹੜੇ ਕ੍ਰਿਸ਼ਨ ਨੇ ਨਜ਼ਰ ਆਉਣ ਲੱਗ ਪੈਂਦੇ ਨੇ। ਜਦੋਂ ਅਵਸਥਾ ਖੁੱਲ੍ਹਦੀ ਇਹ ਚੀਜ਼ਾਂ ਤਾਂ ਨਜ਼ਰ ਆਉਂਦੀ। ਹੁਣ ਇਹ ਆਪਣੀ ਅਵਸਥਾ ਤੋਂ ਉੱਪਰ ਦੀ ਕਥਾ ਹੋ ਗਈ ਸ਼ੁਰੂ। ਹੁਣ ਮੁੰਡਾ ਸੰਤੋਖ ਤਾਂ ਚਲੋ ਨੇੜੇ ਨੇੜੇ ਸੀ, ਆਸਣ ਲੋ ਇੱਕ ਦੂਜੀ ਭਾ ਲੱਖ ਹੋਏ, ਇੰਨਾ ਕੁ ਤਾਂ ਆਪਾਂ ਮੰਗ ਹੀ ਸਕਦੇ। ਆਖਣ ਜੋਰ ਚੁੱਪਿਆ ਨਾ ਜੋਰ, ਰਾਤੀ ਰੁੱਤੀ ਥਿੱਤੀ ਵਾਰ ਵੀ ਆਪਾਂ ਨੂੰ ਸਮਝ ਲੱਗੀ। ਆ ਗਿਆਨ ਖੰਡ ਵਾਲੀ ਪੌੜੀ ਹੁਣ ਆਪਣੀ ਸਧਾਰਨ ਵਿਅਕਤੀਆਂ ਦੀ ਅਵਸਥਾ ਤੋਂ ਉੱਪਰ ਦੀ ਅਵਸਥਾ ਹੈ। ਇਹਦੇ 'ਚ ਮਹਾਰਾਜ ਕਹਿੰਦੇ ਕਿੰਨੇ ਤਾਂ ਕ੍ਰਿਸ਼ਨ ਜੀ ਹੋਈ ਤੁਰੇ ਫਿਰਦੇ ਨਜ਼ਰ ਆਉਂਦੇ ਨੇ, ਤੇ ਕਿੰਨੇ ਮਹੇਸ਼ ਜਿਹੜੇ ਨੇ ਸ਼ਿਵ ਜੀ ਦੇ 11 ਅਵਤਾਰ ਨੇ, ਉਹ ਵੀ ਕੋਲ ਇਹਨਾਂ ਨਜ਼ਰ ਆਉਂਦੇ ਨੇ। ਇੱਥੇ ਆ ਕੇ ਇਹਨੂੰ ਕਹਿੰਦੇ ਅੱਤ ਕਥਨੀ ਹੋ ਗਈ, ਇਹ ਗੱਲਾਂ ਹੁੰਦੀਆਂ ਹੀ ਨਹੀਂ ਹੈਗੀਆਂ, ਇਹ ਝੂਠੀਆਂ ਨੇ। ਮੈਨੂੰ ਉਹਨਾਂ ਤੇ ਤਰਸ ਆਉਂਦਾ ਜਿਹੜੇ ਕਹਿੰਦੇ ਹੁੰਦੀਆਂ ਹੀ ਨਹੀਂ। ਵੀ ਮਹਾਰਾਜ ਇਹਨਾਂ ਦਾ ਕੀ ਬਣੂਗਾ ਜਿਨ੍ਹਾਂ ਨੂੰ ਇੰਨਾ ਅਗਿਆਨ ਛਾਇਆ ਪਿਆ। ਵੀ ਮੈਂ PhD ਕਰ ਲਈ, PhD ਕਰਨ ਨਾਲ ਤਾਂ ਨਹੀਂ ਕਾਨ ਮਹੇਸ਼ ਹੋਣੀ ਨਜ਼ਰ ਆਉਂਦੇ ਹੈ, ਉਹ ਤੁਹਾਨੂੰ ਨਜ਼ਰ ਆਉਣੀਆਂ ਤੁਹਾਡੀਆਂ ਚੀਜ਼ਾਂ। ਇਹ ਤਾਂ ਜਿਨ੍ਹਾਂ ਨੇ ਭਗਤੀ ਕੀਤੀ ਆ ਉਹਨਾਂ ਨੂੰ ਨਜ਼ਰ ਆਉਂਦੇ ਨੇ, ਕਿਉਂਕਿ ਅਸੀਂ ਤਾਂ ਇਹੋ ਜਿਹਾ ਨਾਲ ਰਹੇ ਵੀ ਆ, ਉਹ ਦੇਖਦੇ ਵੀ ਰਹਿੰਦੇ, ਇਹੋ ਜਿਹਾ ਨੂੰ ਮਿਲਦੇ ਵੀ ਰਹਿੰਦੇ ਆ। ਉਹ ਤਾਂ ਸਾਨੂੰ ਸਰੇਆਮ ਹੀ ਦੱਸੀ ਜਾਂਦੇ ਨੇ ਵੀ ਅੱਜ ਫਲਾਨਾ ਆਇਆ ਸੀ, ਅੱਜ ਫਲਾਨਾ ਇੱਥੇ ਤੁਰੇ ਫਿਰਦੇ ਆ। ਭਗਤੀ ਵਾਲਿਆਂ ਦੇ ਕੋਲ ਹੀ ਸਿਰ ਪਈਆਂ ਜਾਂ ਰੂਹਾਂ ਆਉਂਦੀਆਂ ਨੇ। ਕਿੰਨੇ ਹੀ ਆ ਕੇ ਕਹਿੰਦੇ ਨੇ, ਜਿਵੇਂ ਬੰਬੇ ਇੱਕ ਸਿੰਘ ਸੀ, ਨੇਵੀ 'ਚੋਂ ਰਿਟਾਇਰ ਹੋਇਆ, ਕਾਫੀ ਅਭਿਆਸ ਸੀ ਉਹਦਾ, ਉਹ ਇਹ ਗੱਲ ਦੱਸਦਾ ਹੁੰਦਾ ਸੀ। ਮੈਂ ਕਿਹਾ ਸ਼ੁਰੂ ਜਦੋਂ ਤੇਰੀ ਗਿਆਨ ਦ੍ਰਿਸ਼ਟੀ ਖੁੱਲੀ ਤਾਂ ਕੀ ਨਜ਼ਰ ਆਇਆ ਸੀ? ਕਹਿੰਦੇ ਬਸ ਐਂ ਹੀ ਆ ਲਾਗੇ ਜੇ ਆ ਕੇ ਮੇਰੇ ਖੜ ਜਾਂਦੇ ਨੇ, ਦੋਵੇਂ ਹੱਥ ਜੋੜ ਕੇ ਐਂ ਕਰਕੇ ਫਿਰ ਚਲੇ ਜਾਂਦੇ ਨੇ। ਫਿਰ ਕੋਈ ਹੋਰ ਆ ਜਾਂਦਾ, ਫਿਰ ਕੋਈ ਹੋਰ ਆ ਜਾਂਦਾ। ਰਾਮ ਬਲਰਾਮ,
कृष्ण का भरा बलराम जी कहना ये भी आके खड़ गए, हल जा रखिया मोढे ते। कहने मैं फिर सोचा भी ये पता नहीं कौन आई जाते ने मेरे कोले, ਜਿਹੜਾ ਆਉਂਦਾ ਉਹੀ ਮੈਨੂੰ ਨਮਸਕਾਰ ਕਰਕੇ ਚਲਿਆ ਜਾਂਦਾ। ਇਹ ਜਦੋਂ ਗਿਆਨ ਦ੍ਰਿਸ਼ਟੀ ਖੁੱਲਦੀ ਆ ਉਦੋਂ ਇੰਨੇ ਨਜ਼ਰ ਆਉਂਦੇ ਨੇ, ਇਹ ਭਰਿਆ ਭਰਿਆ ਲੱਗਦਾ ਸੰਸਾਰ। ਫਿਰ ਆਪਾਂ ਨੂੰ ਇੱਕ ਨਵਾਂ ਸੰਸਾਰ ਨਜ਼ਰ ਆਉਂਦਾ, ਜਿਹੜਾ ਸੰਸਾਰ ਆਮ ਸੰਸਾਰੀ ਜੀਵਨ ਨੂੰ ਨਜ਼ਰ ਨਹੀਂ ਆਉਂਦਾ, ਉਹ ਇਸ ਅਵਸਥਾ ਵਿੱਚ ਜਾ ਕੇ ਆਉਂਦਾ। ਇਹ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਇਹ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ। ਸੋ ਇਸ ਤਰ੍ਹਾਂ ਜਦੋਂ ਅਵਸਥਾ ਖੁੱਲਦੀ ਆ ਨਾ, ਉਦੋਂ ਬਹੁਤ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ ਨੇ। ਤਾਂ ਤੇ ਇਹ ਜਿਨ੍ਹਾਂ ਨੇ 100 ਪਾਠ ਜਪਜੀ ਸਾਹਿਬ ਦੇ ਕੀਤੇ ਹੋਏ ਨਾ, ਕਈ ਸਾਲ, 3 ਸਾਲ ਲਗਾਤਾਰ, 3.5 ਸਾਲ ਕਰਨਾ ਪੈਂਦਾ ਹੈ ਅਭਿਆਸ ਲਗਾਤਾਰ, ਤਾਂ ਜਾ ਕੇ ਕਿਤੇ ਇਹ ਦਿਵ ਦ੍ਰਿਸ਼ਟੀਆਂ ਖੁੱਲਦੀਆਂ ਨੇ। ਫਿਰ ਹੋਰ ਹੀ ਕੁਝ ਨਜ਼ਰ ਆਉਂਦਾ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਜਪਜੀ ਸਾਹਿਬ 'ਚ ਇੱਥੇ ਹੀ ਦੱਸ ਰਹੇ ਨੇ, ਕੇਤੇ ਬਰਮੇ ਘਾੜਤ ਘੜੀ ਹੈ। ਕਿੰਨੇ ਬ੍ਰਹਮੇ ਨਜ਼ਰ ਆਉਂਦੇ ਨੇ ਘਾੜਤ ਘੜਦੇ ਹੋਏ ਸ੍ਰਿਸ਼ਟੀ ਦੀ। ਇੱਕ ਬ੍ਰਹਮਾ ਨਹੀਂ, ਕੋਟ ਬ੍ਰਹਮੇ ਜਗ ਸਾਜਣ ਲਾਏ, ਉਹਨਾਂ ਨੂੰ ਦੇਖਣ ਲੱਗ ਜਾਂਦੇ ਨੇ। ਪਹਿਲਾਂ ਤਾਂ ਆਪਾਂ ਸ੍ਰਿਸ਼ਟੀ ਦਾ ਨਜ਼ਾਰਾ ਦੇਖਦੇ ਹਾਂ। ਕੋਈ ਕਹਿੰਦਾ ਮੈਂ ਬਾਹਰਲੇ ਮੁਲਕ ਘੁੰਮ ਕੇ ਆਇਆ, ਉੱਥੇ ਬੜੇ ਨਜ਼ਾਰੇ ਸੀ। ਕੋਈ ਕਹਿੰਦਾ ਮੈਂ ਉੱਥੇ ਜਾ ਕੇ ਆਇਆ, ਉੱਥੇ ਬੜੇ ਨਜ਼ਾਰੇ ਸੀ। ਮੁੜ ਕੇ ਇਹ ਨਜ਼ਾਰੇ ਬੰਦ ਹੋ ਕੇ ਫਿਰ ਦੂਸਰੇ ਨਜ਼ਾਰੇ ਜਦੋਂ ਖੋਲ ਦਿੰਦੇ ਨੇ ਮਹਾਰਾਜ, ਫਿਰ ਉਹਨਾਂ ਨੂੰ ਦੇਖਣ ਲੱਗ ਜਾਂਦੇ ਨੇ। ਕਿੰਨੇ ਬ੍ਰਹਮੇ ਸ੍ਰਿਸ਼ਟੀ ਨੂੰ ਘੜਦੇ ਨਜ਼ਰ ਆ ਰਹੇ ਨੇ। ਰੂਪ ਰੰਗ ਕੇ ਵੇਸ, ਕਈ ਪ੍ਰਕਾਰ ਦੇ ਰੂਪ ਬਣਾਉਂਦੇ ਨੇ, ਕਈ ਪ੍ਰਕਾਰ ਦੇ ਰੰਗ ਬਣਾਉਂਦੇ ਨੇ, ਕਈ ਪ੍ਰਕਾਰ ਦੇ ਵੇਸ ਬ੍ਰਹਮੇ ਹੁਣੀ ਘੜਦੇ ਨਜ਼ਰ ਆ ਜਾਂਦੇ ਨੇ। ਕੇਤੀਆ ਕਰਮ ਭੂਮੀ ਮੇਰ ਕੇਤੇ, ਕਿਤਨੀਆਂ ਕਰਮ ਦੀਆਂ ਭੂਮੀਆਂ ਨੇ, ਕਰਮ ਕਰਨ ਵਾਲੀਆਂ ਭੂਮੀਆਂ। ਜਿਵੇਂ ਆਪਣੀ ਧਰਤੀ ਹੈ, ਇੱਥੇ ਆਪਾਂ ਕਰਮ ਕਰਦੇ ਹਾਂ, ਇਸੇ ਪ੍ਰਕਾਰ ਸਰੀਰ ਵੀ ਕਰਮ ਭੂਮੀ ਹੈ। ਮਹਾਰਾਜ ਕਹਿੰਦੇ ਕਰਮ ਭੂਮ ਮੈਂ ਬੋਲੋ ਨਾਮ। ਇਹ ਜਿਹੜੀ ਸਰੀਰ ਹੈ ਕਰਮ ਭੂਮੀ ਹੈ, ਇਹਦੇ 'ਚ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਫਿਰ ਕਿੰਨੇ ਮੇਰ ਕੇਤੇ, ਕਿੰਨੇ ਸੁਮੇਰ ਪਰਬਤ ਇੱਥੇ ਜਾ ਕੇ ਨਜ਼ਰ ਆਉਂਦੇ ਆ। ਅੱਜ ਦੇ ਲਿਖਾਰੀਆਂ ਨੇ ਲਿਖਿਆ ਵੀ ਹੋਇਆ, ਚੰਗੇ ਚੰਗੇ ਵਿਦਵਾਨਾਂ ਨੇ, ਕਹਿੰਦੇ ਸੁਮੇਰ ਪਰਬਤ ਨਾਮ ਦੀ ਕੋਈ ਚੀਜ਼ ਨਹੀਂ ਹੈ, ਇਹ ਹੈ ਹੀ ਨਹੀਂ ਗਾ, ਐਵੇਂ ਗੱਲਾਂ ਨੇ। ਹਾਂ ਜੀ, ਤੁਹਾਨੂੰ ਨਹੀਂ ਪਤਾ, ਮਹਾਂਪੁਰਸ਼ੋ ਤੁਸੀਂ ਦੇਖਿਆ ਹੀ ਨਹੀਂ ਕਦੇ। ਇਹ ਸੁਮੇਰ ਪਰਬਤ ਸਾਰਾ ਸੋਨੇ ਦਾ ਬਣਿਆ ਹੋਇਆ, ਪੂਰਾ ਸੋਨੇ ਦਾ ਹੈ। ਇਹ ਬਣਿਆ ਵੀ ਅਜੀਬ ਢੰਗ ਦਾ ਹੀ ਹੈ, ਉੱਪਰੋਂ ਚੌੜਾ ਤੇ ਥੱਲਿਓਂ ਇਹ ਬਿਲਕੁਲ ਹੀ ਘੱਟ ਹੈ। ਉੱਪਰਲਾ ਆਕਾਰ ਇਹਦਾ ਵੱਡਾ। ਇਹ ਤਾਂ ਸਿਰਫ ਦਿਵ ਦ੍ਰਿਸ਼ਟੀ ਵਾਲਿਆਂ ਨੂੰ ਨਜ਼ਰ ਆਉਂਦਾ। ਮਹਾਰਾਜ ਐਵੇਂ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਲਿਖਤਾ, ਗੁਰੂ ਨਾਨਕ ਸਾਹਿਬ ਨੇ ਝੂਠ ਤਾਂ ਨਹੀਂ ਲਿਖਤਾ ਜਪਜੀ ਸਾਹਿਬ ਦੇ ਵਿੱਚ ਕਿ ਮੇਰ ਕੇਤੇ। ਔਰ ਇੱਕ ਮੇਰ ਪਰਬਤ ਨਹੀਂ, ਕਿਤਨੇ ਹੀ ਸੁਮੇਰ ਪਰਬਤ ਨੇ ਜਿਹੜੇ ਨਜ਼ਰ ਵੀ ਨਹੀਂ ਆਉਂਦੇ। ਉਹ ਇਸ ਕਰਕੇ ਨਜ਼ਰ ਨਹੀਂ ਆਉਂਦੇ ਕਿਉਂਕਿ ਕਈ ਚੀਜ਼ਾਂ 5 ਤੱਤਾਂ ਦੀਆਂ ਨੇ, ਉਹ ਨਜ਼ਰ ਆਉਂਦੀਆਂ ਨੇ। ਕਈ ਚੀਜ਼ਾਂ ਜੇ 4 ਤੱਤਾਂ ਦੀਆਂ ਹੋ ਜਾਣ, ਕਿਹੜੀ ਜੇ ਧਰਤੀ ਦਾ ਤੱਤ ਘਟ ਜਾਵੇ ਨਾ, ਹੁਣ ਪੌਣ ਹੈ, ਪੌਣ ਨਜ਼ਰ ਆਉਂਦੀ ਆਪਾਂ ਨੂੰ? ਨਹੀਂ ਆਉਂਦੀ। ਪੌਣ ਦਿਖਾਓ ਤਾਂ ਕਿੱਥੇ ਆ? ਲੱਗਦੀ ਮਹਿਸੂਸ ਹੁੰਦੀ ਹਵਾ, ਪਰ ਨਜ਼ਰ ਨਹੀਂ ਆਉਂਦੀ। ਪਾਣੀ ਵੀ ਪੌਣੀ ਹੈ, ਇਹ 2 ਪ੍ਰਕਾਰ ਦੀਆਂ ਗੈਸਾਂ ਰਲ ਕੇ ਬਣਿਆ ਹੋਇਆ। ਇਹ ਵੀ ਜੀ ਉੱਡ ਜਾਏ, ਇਹ ਵੀ ਨਜ਼ਰ ਨਾ ਆਉਂਦਾ। ਇਸ ਪ੍ਰਕਾਰ ਆਕਾਸ਼ ਹੈ। ਆਕਾਸ਼ ਵੈਸੇ ਦੇਖਣ ਮਾਤਰ ਹੈ, ਪਰ ਹੈ ਤਾਂ ਕੁਛ ਨਹੀਂ ਹੈ। ਇਹ 'ਚ ਕੋਈ ਅਰੋੜਾ ਮਾਰੀ ਜਾਓ, ਕੋਈ ਗੋਲਾ ਮਾਰੀ ਜਾਓ, ਕੋਈ ਤਲਵਾਰ ਘਮਾਏ, ਅਸਮਾਨ ਨੂੰ ਕੀ ਫਰਕ ਪੈਂਦਾ? ਇਸੇ ਤਰ੍ਹਾਂ ਅਗਨੀ ਆ। ਅਗਨੀ ਸੋਲਿਡ ਤੱਤ ਤਾਂ ਨਹੀਂ ਹੈਗਾ, ਇਹਦੇ ਵਿੱਚ ਦੀ ਹੱਥ ਪਾ ਕੇ ਆਪਾਂ ਕੱਢ ਹੀ ਲੈਂਦੇ ਆ। ਇਸ ਕਰਕੇ ਜਦੋਂ ਧਰਤੀ ਤੱਤ ਰਲਦਾ ਉਦੋਂ ਸਰੀਰ ਨਜ਼ਰ ਆਉਣ ਲੱਗਦਾ। ਇਹ 4 ਤੱਤਾਂ ਦੇ ਸਰੀਰ ਨੇ, ਕਈ 3 ਤੱਤਾਂ ਦੇ ਸਰੀਰ ਨੇ, ਕਈ 2 ਤੱਤਾਂ ਦੇ ਸਰੀਰ ਨੇ। ਇਸ ਤਰ੍ਹਾਂ ਵੱਖੋ ਵੱਖਰੇ ਨੇ ਸਾਰੀਆਂ ਚੀਜ਼ਾਂ, ਤਾਂ ਤੱਤਾਂ ਕਰਕੇ ਚੀਜ਼ਾਂ ਨਜ਼ਰ ਆਉਂਦੀਆਂ। ਜਦੋਂ ਆਪਣਾ ਸਾਹਮਣੇ ਸਰੀਰ ਨਜ਼ਰ ਆਉਂਦਾ, ਇਹ 25 ਪ੍ਰਕਿਰਤੀਆਂ, 5 ਤੱਤਾਂ ਦੀਆਂ 25 ਪ੍ਰਕਿਰਤੀਆਂ ਕਰਕੇ ਨਜ਼ਰ ਆਉਂਦਾ। ਜਦੋਂ ਆਪਾਂ ਸਰੀਰ ਛੱਡਦੇ ਹਾਂ ਉਦੋਂ 17 ਤੱਤ ਬਾਕੀ ਰਹਿ ਜਾਂਦੇ ਨੇ। 17 ਤੱਤ ਬਾਕੀ ਰਹਿਣ ਕਰਕੇ ਸਰੀਰ ਨਜ਼ਰ ਨਹੀਂ ਆਉਂਦਾ। ਜਿਵੇਂ ਪਾਣੀ ਜਿਵੇਂ ਨਜ਼ਰ ਆਉਂਦਾ, ਪਰ ਜਦੋਂ ਇਹ ਗੈਸ ਬਣ ਕੇ ਉੱਡ ਜਾਂਦਾ, 2 ਗੈਸਾਂ ਵੱਖਰੀਆਂ ਹੋ ਜਾਂਦੀਆਂ, ਫਿਰ ਨਜ਼ਰ ਨਹੀਂ ਆਉਂਦਾ। ਫਿਰ ਇਕੱਠੀਆਂ ਕਰਦੀ, ਫਿਰ ਨਜ਼ਰ ਆਉਣ ਲੱਗ ਜਾਂਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਕੇਤੇ ਧੂ ਉਪਦੇਸ਼,
किन्ने जिहड़े ने ध्रुव भगत नज़र आउंदे ने भगती करते हुए, किते एक ध्रुव होया अज तक, पता नहीं किन्ने ध्रुव भगत होए ने, किते एक ही सतयुग होया त्रेता, ये पता नहीं अज तक किन्नी बारी सतयुग आया, किन्ने रामचंद्र, किन्ने रावण, किन्ने कृष्ण, कई कुछ होया। जब रामचंद्र जी ने हनुमान नूं कहा, कहने राशन मुक गया अपना, ਜਾਂ आटा दालां भी वो कई चीज़ां लियाउण वालियां जाके फौज वास्ते लैके आओ। कहने जी कित्थों लियावां? जब पहाड़ ते भेजिया, कहने आ मेरी अंगूठी दे दी जाके, उत्थे एक माई आटा पींदी होनी आ, तो लिया जाके। जब माई नूं जाके हनुमान जी ने बड़े मतलब माण दे नाल कहा, लै माई ये रामचंद्र जी की अंगूठी है, दे मैनूं आटा। माई कहनी आ खाने जे सिड़ दे, इत्थे कई अंगूठियां पईयां ने। उदों माण फिर थोड़ा जिहा घटिया, ये अंगूठियां इत्थे किवें आ गईयां? कहने तूं किते अज आया, पहलां भी तूं कई बार आटा लैण आया मेरे कोले। वो बड़ा हैरान होया, आटा लैण किन्नी बार आया? कहने की गल, त्रेता किते एक बार आया? कई बारी त्रेते आए ने, कई बारी रावण ने सीता नूं चुकिया, कई बारी रामचंद्र ने रावण नूं मारिया, कई बार तो मेरे को आटा लैण आया। ये तो बार बार रिपीट होंदी रहिंदी गल हरेक युग दे विच। इस करके हनुमान दा मान घटिया। कहने तुसीं कौन हो? कहनी मैं माया हाँ, मैं तिन्नां लोकां नूं बनाउण वाली हाँ। ते इस करके किन्ने ही ध्रुव भगत नज़र आउंदे ने, ते ध्रुव नूं उपदेश देण वाला कौन है? नारद मुनि। केते धू उपदेश देण वाले किन्ने नारद मुनि तुरे फिरदे ने, किते एक नारद मुनि नहीं है। ये भी अपने वांगू बथेरे ने, जिवें अपनी बंदियां की गिनती 7 अरब है संसार दे अंदर, इसे तरह ही ब्रह्मिया की गिनती, ये विष्णु की गिनती, ये किन्ने उपदेश देण वाले नारद होना की गिनती, किन्ने ध्रुव भगतां की गिनती, इन्हां दा कोई अंत ही नहीं। इसे करके तो आप वाहिगुरू नूं कहांगे तू बेअंत है, बेअंत है। भाई तेरा अंत कोई नहीं है, तू तो बहुत वड्डा है। केते इंद चंद सूर केते, ये जो धू अखर है इहनूं थोड़ा जिहा धद्दा ना, धद्दा भारा ते दलैंकड़े लगण होण करके केते धू उपदेश, धू करके बोलना, धू थोड़ा जिहा नहीं बोलना। केते इंद चंद सूर केते, किन्ने इंद्र देवते नज़र आउंदे ने, इंद्रां दी भी कोई गिनती नहीं। किन्ने चंद्रमा नज़र आउंदे ने, आ चंद्रमा अपने कोल इक्को ही है इत्थे। आ जिहड़े तारे ने सारे ये तो चंद्रमा ही ने, ये जरा दूर ने, कोई वड्डे चंद्रमा ने, कोई छोटे चंद्रमा ने। इस तरह किन्ने इंद्र देवते, किन्ने चंद्रमा देवते, किन्ने सूरज। अपना सूरज तो कुछ भी नहीं है। ਜਿਹੜੇ ब्रह्मंड ਦੇ ਵਿੱਚ ਵੱਡੇ ਸੂਰਜ ਨੇ ਉਹ ਤਾਂ ਬਹੁਤ ਜ਼ਿਆਦਾ ਵੱਡੇ ਨੇ ਨਾ। केते इउं केते इंद चंद सूर केते, विश्राम भी ਇਹਦਾ ਇਸ ਤਰ੍ਹਾਂ ਹੀ ਜਾਣਾ। सो ਕਈਆਂ ਦਾ ਹੁੰਦਾ ਇਕੱਠੇ ਹੀ ਕਰੀ ਜਾਂਦੇ ਦੋਵੇਂ विश्राम, ਜਿਵੇਂ शब्द शुरू ਹੁੰਦਾ है। सो केते इंद चंद सूर केते केते, कई केते केते 2 ਵਾਰੀ कह जाते हैं, पर यह वक्खो वखरा। केते इंद चंद सूर केते, केते मंडल देश, किन्ने क मंडल ने, तारा मंडल जिहड़ा सारा ब्रह्मंड है, 21 पुरियां दा ब्रह्मंड है। इस प्रकार पर धरती दे इकल्ले देश नहीं, परी देश है, होर भी देश ने। वो देश जिहड़े आपां ने कदे देखे ही नहीं, जिहड़े आपां नूं कदे नज़र ही नहीं आउंदे, वो देश भी उन्हां नूं नज़र आउण लग जांदे ने। केते सिद्ध बुद्ध नाथ केते, किन्ने सिद्ध लोग नज़र आउंदे ने। आपां जिवें गुरुद्वारे आउंदे इस तरह ही सारे ये भी आउंदे ने, ये भी मत्था टेक के जांदे ने, हुण भी तुरे आउंदे ने, कथा भी सुण लैंदे आ, कीर्तन भी सुण लैंदे आ। क्यों? इन्हां दा जी नहीं करदा कथा कीर्तन सुणन नूं, ये नहीं चाहुंदे साडा भला हो जावे, वो भी बैठे रहिंदे आ। जिवें आपां नूं अधिकार है बैठण दा, इवें गुरु ग्रंथ साहिब दे कोल बैठण दा 84 ਲੱਖ जून नूं अधिकार है। क्योंकि गुरु ग्रंथ साहिब महाराज 84 ਲੱਖ जून दे मालक ने, कल्ले मनुखा दे ही दे मालक नहीं हैं महाराज, कि इन्ने के तक ही सीमत नहीं रख लेना गुरु ग्रंथ साहिब नूं कि कल्ले सिखां दे ही ने। महाराज गुरु ग्रंथ साहिब तिन्नां लोकां दे मालक ने, पूरे ब्रह्मंड दे मालक ने, सारे इन्हां नूं मत्था टेकण आउंदे आ।
जद गुरु ग्रंथ साहिब की बाणी का कीर्तन हुंदा सारिਆਂ ਨੂੰ अधिकार है सुनन का, कथा सुनन का सब ਨੂੰ अधिकार है। चाहे इत्थे संगत च आके कोई बैठ जाए, सारे आउंदे ने, सिद्ध लोग भी आ सकते हैं। बुद्ध किन्ने ही बुद्ध नज़र आउंदे ने, बुद्ध देवता आदਿਕ, बुद्ध दिन आदਿਕ, ਜਿਹੜੇ बुद्ध महात्मा बुद्ध होया वो भी किन्ने ही ने। नाथ केते केवल 9 नाथ ही नहीं हैं, चरपट नाथ, घुग्गू नाथ, मछंदर नाथ, ये सारे 9 नाथ हैं कुल। महाराज कहने 9 नाथ नहीं हैं, किन्ने ही नाथ हैं जिन्हां दी आपां गिनती नहीं कर सकते। केते देवी वेस, किन्ने देवियां दे वेस ने, थोड़ियां जिहियां किते देवियां। 9 करोड़ गिनती है कुल इन्हां दी देवियां दी। 9 करोड़ देवियां दे वेस नज़र आउंदे ने। जे सतगुरु चाहण, जिवें गुरु अंगद देव महाराज आ गए बाबा लहणा दे रूप विच, रात नूं फिर झाड़ू दिंदी हुई देवी दिखाई महाराज ने। गुरु नानक देव जी दे दर ते नैणा देवी झाड़ू दे रही है। मां गुरु उस वक्त बाबा लहणा जी उठ के खड़े हो गए, माता जी तुसी इत्थे झाड़ू दे रहे हो? कहते यही तो वो स्थान है जिथों असी सारा कुछ लैके जांदियां झाड़ू ला के, फिर अगे वंडदियां अपने श्रद्धालुआं नूं। इसे तरह भाई भगीरथ नूं जद काली देवी ने कहा सी कि कल्याण का रस्ता केवल गुरु नानक देव जी दे सकते, मैं नहीं दे सकती। इस वक्त श्री सुल्तानपुर साहब बैठे ने, वो जाके मत्था टेक उन्हां तो लै। जद भाई भगीरथ लाइन विच खड़ा सी, जद गुरु नानक देव जी गरीबां नूं आटा वंड रहे ने, समान वंड रहे ने, जद आ भाई भगीरथ की वारी आई, पूर्ण गुरु कहण लगे आ गए हो भाई भगीरथ जी, आ जाओ अंदर आ जाओ, भेज दिता तुहानूं तुहाडी देवी ने, इत्थे आ जाओ। सारी अंतरजाम तो जब दिखाई महाराज ने, भाई भगीरथ ने चरण पकड़े महाराज दे। रात नूं जद सौ गया, तड़के उठाया महाराज ने, 1 बजे देखा काली देवी झाड़ू दे रही है। सारियां देवियां ये क्योंकि अकाल पुरख दी शक्तियां ने, इस करके ये दर ते ही झाड़ू दे के लैंदियां सारा कुछ। केते देवी वेस, किन्ने ही देवियां दे वेस नजर आउंदे ने, पर फिर भी सिख इत्थे खड़दा नहीं है। नजर आउण नूं की है, नजर जो मर्जी आई जावे, निशाना साडा अकाल पुरख की प्राप्ति है। गुरसिख अकाल पुरख की प्राप्ति तक जांदा है। ये तो सिर्फ दस्सिया ही है। जिवें मैं कहा कि इत्थों फलाने थां जाना, रस्ते दे विच जे हजूर साहब जाइए तो पहला फलाना शहर आवेगा, फिर फलाना शहर आवेगा, फिर फलाना शहर आवेगा। आए ठीक है, वो तो आउणगे रस्ते विच, मनमाड़ ने भी आउणा, औरंगाबाद भी आउणा, पर मेन निशाना अपना हजूर साहब है। इस तो उत्थे जाके उतरना। जे कोई राह च उतर जाए तो रुलना ही आने। वो रस्ते च जे उतर गया औरंगाबाद, वो कहते हजूर साहब कित्थे, वो कहणगे तो भाई अगे। ये तो सिर्फ महाराज कहने इन्नियां चीज़ां ज्ञान खंडी पुरुषां नूं नज़र आउंदियां ने। ये तो छोटे छोटे स्टेशन ने अपने, रिद्धियां सिद्धियां, ये देवियां दे वेस, सिद्ध बुद्ध नाथ, ये तो सिर्फ रस्ते विच दिखने ही दिखने ने। ना इन्हां नाल कोई अपनी गल है, ना खड़ना इन्हां कोले। ये कहणगे भी आ जा साडे वल, आ जा साडे वल, आ जा। कह नहीं महाराज, असीं तां सिर्फ गुरु ग्रंथ साहिब नूं मनदे आ, असीं तां गुरु नानक साहब कोले ही जाना, असीं तां अकाल पुरख दे दर्शन करने हैं। तो इस प्रकार महाराज सच्चे पातशाह कहने किन्ने देवियां दे वेस ने, कोई अंत नहीं है। कल नूं सरवण करांगे बाकी। वाहिगुरू वाहिगुरू जपीए, क्योंकि ऐसा जपजी साहब का पाठ ब्रह्म ज्ञान दिंदा, और अंत तक आपां नूं ब्रह्म ज्ञान तक लै भी जाना महाराज ने। सचखंड वसै निरंकार। पर यह तो हुण पढ़न दे नाल बनदा, जिन्ना कुछ बनदा। जे तां जिन्ना क टाइम लग जे, जिन्ना भी लग जे, सफ़र करदे हो बस विच, आउण जाण, ड्यूटियां ते आउणा जाना, बैठना, विहला एकांत समा लग जाना, अपनी हिम्मत करके जपजी साहब दे जिन्ने भी पाठ हो जाण। जे आ कुछ देखना ना, ते पक्की गल है, जे तुसीं आखो भी एवें करदा, ये जे तुसीं देखना, सब तो पहल दूंगा 101 पाठ वाले नूं, उदों थले 51 पाठ, फिर नहीं कर सकते फिर 25 पाठ, फिर जे बिल्कुल ही डाउन जाना फिर 11 पाठ। वो कुछ तो करोगे, तां जे इन्ना कुछ करोगे तो जरूर इन्नी ही ज्ञान खंडियां की अवस्था जिहड़ी कथन की इन्नी अवस्था आ जानी है। और तुसीं खुद हैरान होवोगे कि जपजी साहब का पाठ कीतियां मैनूं तां कुछ होर ही नज़ारे हो रहे हैं।
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਗੁਰੂ ਘਰ ਦੇ ਚ ਅਥਾਹ ਸ਼ਕਤੀਆਂ ਨੇ, ਪਰ ਸਤਿਗੁਰੂ ਕਹਿੰਦੇ ਨੇ ਜੇ ਮਿਹਨਤ ਕਰੋਗੇ ਤਾਂ ਕਿਰਪਾ ਹੋਣੀ ਹੈ। ਜਿਨੀ ਨਾਮ ਧਿਆਇਆ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ, ਵਾਹਿਗੁਰੂ 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 ਵਾਹਿਗੁਰੂ। ਕਿ ਧਰਮ ਖੰਡ ਤੋਂ ਬਾਅਦ ਗਿਆਨ ਖੰਡ ਤੱਕ ਆਪਾਂ ਨੂੰ ਲੈ ਗਏ। ਹੁਣ ਗਿਆਨ ਖੰਡ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਦੱਸਿਆ ਕਿ ਜੇ ਗਿਆਨ ਬੰਦੇ ਨੂੰ ਜਾਗਰਤ ਅਵਸਥਾ ਹੋ ਜਾਵੇ, ਅੰਦਰ ਪ੍ਰਕਾਸ਼ ਹੋ ਜਾਵੇ, ਦਿਵ ਦ੍ਰਿਸ਼ਟੀ ਖੁੱਲ ਜਾਵੇ। ਦਿਵ ਦ੍ਰਿਸ਼ਟੀ ਐਂ ਖੁੱਲਦੀ ਜਿਵੇਂ ਰਾਤ ਦੇ ਹਨੇਰੇ ਵਿੱਚ, ਘੁੱਪ ਹਨੇਰੇ ਵਿੱਚ ਲਾਈਟਾਂ ਗਈਆਂ ਹੋਣ ਤੇ ਮੱਸਿਆ ਦੀ ਰਾਤ ਹੋਵੇ, ਕੁਛ ਨਹੀਂ ਦਿਖਦਾ, ਨਾ ਦਰਖਤਾਂ ਦਾ ਹਰਿਆਵਲ ਦਿਖਦੀ ਹੈ, ਨਾ ਕੋਈ ਬੰਦਾ ਦਿਖਦਾ। ਹਨੇਰੇ 'ਚ ਜਿਵੇਂ ਆਪਾਂ ਨੂੰ ਕੁਛ ਨਹੀਂ ਦਿਖਦਾ, ਇਹਨੂੰ ਕਹਿੰਦੇ ਅਗਿਆਨਤਾ। ਜਦੋਂ ਸੂਰਜ ਚੜ੍ਹ ਜਾਂਦਾ ਸਾਰੇ ਦਿਖਣ ਲੱਗ ਜਾਂਦੇ ਨੇ, ਮਕਾਨ, ਦੁਕਾਨ, ਦਫ਼ਤਰ, ਮਕਾਨ, ਫਿਰ ਪੰਛੀ, ਫਿਰ ਪਸ਼ੂ, ਫਿਰ ਦਰਖਤ, ਅਸਮਾਨ ਨੀਲੇ ਰੰਗ ਦਾ। ਰਾਤ ਨੂੰ ਤਾਂ ਅਸਮਾਨ ਵੀ ਕਾਲਾ ਹੀ ਦਿਖਦਾ ਸੀ। ਤੇ ਇਸੇ ਤਰ੍ਹਾਂ ਜਦੋਂ ਸਭ ਕੁਝ ਨਜ਼ਰ ਆਉਣ ਲੱਗ ਜਾਂਦਾ ਹੈ ਤਾਂ ਇਹਨੂੰ ਕਹਿੰਦੇ ਵੀ ਪ੍ਰਕਾਸ਼ ਹੋ ਗਿਆ। ਤੇ ਪ੍ਰਕਾਸ਼ ਦਾ ਅਰਥ ਹੀ ਗਿਆਨ ਹੈ। ਸੋ ਜਿਵੇਂ ਹੁਣ ਸੂਰਜ ਦਾ ਪ੍ਰਕਾਸ਼ ਹੈ ਤੇ ਆਪਾਂ ਨੂੰ ਸਾਰੇ ਦਿਖਦੇ ਨੇ, ਬ੍ਰਹਮ ਗਿਆਨ ਵਿੱਚ ਜਦੋਂ ਜੀਵ ਗਿਆਨ ਖੰਡ ਵਿੱਚ ਚਲਿਆ ਜਾਂਦਾ, ਇਸੇ ਤਰ੍ਹਾਂ ਹੀ ਅੱਖ ਖੁੱਲ ਜਾਂਦੀ ਹੈ, ਉਦੋਂ ਸਾਰਾ ਕੁਝ ਦਿਖਣ ਲੱਗ ਜਾਂਦਾ। ਉਹ ਆਪਾਂ ਨੂੰ ਮਹਾਰਾਜ ਨੇ ਕੱਲ ਦੱਸ ਹੀ ਦਿੱਤਾ ਕਿ ਜਿੰਨੇ ਪ੍ਰਕਾਰ ਦੀ ਪੌਣ ਹੈ, ਪਾਣੀ ਹੈ, ਬੈਸੰਤਰ, ਇਹ ਸਾਰਾ ਕੁਝ ਨਜ਼ਰ ਆਉਣ ਲੱਗ ਪੈਂਦਾ। ਗਿਆਨ ਖੰਡ ਹੈ ਇਹ। ਗਿਆਨ ਖੰਡ ਦੇ ਵਿੱਚ ਬਹੁਤ ਕੁਝ ਨਜ਼ਰ ਆਉਂਦਾ। ਕਿੰਨੇ ਬੰਦੇ ਕੈਸਾ ਕਰਮ ਕਰਦੇ ਨੇ, ਕੀ ਦੇਵਤੇ ਕਿਹੜਾ ਕਿਹੜਾ ਕਰਮ ਕਰਦੇ ਨੇ, ਕੇਤੇ ਦੇਵ ਦਾਨਵ ਮੁਨ ਕੇਤੇ, ਕਿੰਨੇ ਕੁ ਦੇਵਤੇ ਨੇ। ਹੈ ਤਾਂ ਇਹ ਸਾਰੇ ਸੰਕਲਪ ਮਾਤਰ ਹੀ ਨੇ। ਜਿੰਨੀਆਂ ਚੀਜ਼ਾਂ ਆਪਾਂ ਕਥਨ ਕਰਦੇ ਆ ਨਾ, ਇਹ ਸਾਰੀਆਂ ਸੰਕਲਪ ਮਾਤਰ ਨੇ। ਸਿਰਫ ਬ੍ਰਹਮਾ ਦੇ ਸੰਕਲਪ ਨਾਲ ਹੀ ਬਣੇ ਹੋਏ ਨੇ ਦੇਵਤੇ। ਇਹ ਵੀ ਇੱਕ ਇਸੇ ਵਿੱਚ ਹੀ ਅਵਸਥਾ ਆਉਂਦੀ, ਗਿਆਨ ਖੰਡ ਦੇ ਵਿੱਚ ਹੀ। ਗਿਆਨ ਖੰਡ ਵਿੱਚ ਇੱਕ ਐਸੀ ਅਵਸਥਾ ਆ ਜਾਂਦੀ ਹੈ, ਦੁਬਾਰਾ ਫਿਰ ਦੇਖ ਲੈਂਦੇ ਹਾਂ। ਗਿਆਨ ਖੰਡ ਕਾ ਆਖੋ ਕਰਮ, ਗਿਆਨ ਖੰਡ ਦਾ ਕਹਿੰਦੇ ਕਰਮ ਆਖੋ, ਧਰਮ ਖੰਡ ਦਾ ਧਰਮ ਤਾਂ ਕਹਿਤਾ। ਮਹਾਰਾਜ ਕਹਿੰਦੇ ਜਦੋਂ ਅਵਸਥਾ ਗਿਆਨ ਖੰਡ ਵਿੱਚ ਚਲੀ ਜਾਂਦੀ ਹੈ, ਐਸੀ ਅਵਸਥਾ ਬਣ ਜਾਂਦੀ ਜਿਹੜੇ ਕੇਤੇ ਪਵਨ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼, ਇਹ ਮਨੋਕਲਪਤ ਰੂਪ ਹੋਣ ਲੱਗ ਜਾਂਦੇ ਨੇ। ਇਹ ਪਵਨ ਦੀ ਜਗ੍ਹਾ ਤੇ, ਪਾਣੀ ਦੀ ਜਗ੍ਹਾ ਤੇ, ਵੈਸੰਤਰ ਦੀ ਜਗ੍ਹਾ ਤੇ, ਕਾਨ ਮਹੇਸ਼ ਦੀ ਜਗ੍ਹਾ ਤੇ ਇੱਕ ਬਿਰਤੀ ਤਬਦੀਲ ਹੋ ਕੇ ਇਉਂ ਹੋ ਜਾਂਦੀ ਕਿ ਪਵਨ ਤੂੰ ਹੀ, ਪਾਣੀ ਤੂੰ ਹੀ, ਵੈਸੰਤਰ ਤੂੰ ਹੀ, ਕਾਨ ਵੀ ਤੂੰ ਹੀ, ਮਹੇਸ਼ ਵੀ ਤੂੰ ਹੀ। ਇਹ ਗਿਆਨ ਖੰਡ ਦੀ ਅਵਸਥਾ ਹੈ ਅੰਤਰੀ ਭਾਵ ਦੇ ਵਿੱਚ। ਪਹਿਲਾ ਅਰਥ ਤਾਂ ਪਹਿਲਾਂ ਹੀ ਢੰਗ ਦਾ ਸੀ ਆਪਣਾ ਸਧਾਰਨ ਵਿਅਕਤੀ ਲਈ।
ਪਰ ਜਦੋਂ ਦੂਸਰੀ ਗਿਆਨ ਖੰਡ ਦੀ ਸੱਚਮੁੱਚ ਦੀ ਅਵਸਥਾ ਖੁੱਲਦੀ ਹੈ, ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ, ਉਹ ਕਿੰਨੇ ਬ੍ਰਹਮੇ ਜਿਹੜੇ ਜੱਗ ਨੂੰ ਘੜਨ ਲੱਗੇ ਹੋਏ ਨੇ, ਕਈ ਪ੍ਰਕਾਰ ਦੇ ਰੂਪ ਨੇ, ਰੰਗ ਨੇ, ਵੇਸ ਨੇ, ਉੱਥੇ ਕਹਿੰਦੇ ਨੇ ਬ੍ਰਹਮਾ ਵੀ ਤੂੰ ਹੀ ਹੈ। ਇਹ ਤਾਂ ਸਾਨੂੰ ਐਵੇਂ ਭੁਲੇਖਾ ਪਾਇਆ ਹੋਇਆ ਕਿ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ। ਕਹਿੰਦੇ ਇਹ ਕਿੱਥੋਂ ਆ ਗਏ ਬ੍ਰਹਮੇ ਵਿਸ਼ਨੂੰ ਮਹੇਸ਼ ਹੋਣੀ? ਤੁਸੀਂ ਆਪ ਹੀ ਉਹ ਰੂਪ ਧਾਰਨ ਕਰਕੇ, ਆਪ ਹੀ ਉਹਦੇ ਵਿੱਚ ਆਪਣੀ ਜੋਤ ਰੱਖ ਕੇ, ਉਹ ਤੋਂ ਕੰਮ ਕਰਵਾ ਕੇ ਸਾਨੂੰ ਕਹਿੰਦੇ ਹੋ ਬ੍ਰਹਮਾ ਸ੍ਰਿਸ਼ਟੀ ਘੜਦਾ। ਤੁਸੀਂ ਜਰਾ ਬ੍ਰਹਮਾ ਚੋਂ ਆਪਣੀ ਜੋਤ ਕੱਢ ਲਓ ਤਾਂ ਫਿਰ ਦੇਖਦੇ ਹਾਂ ਬ੍ਰਹਮਾ ਸ੍ਰਿਸ਼ਟੀ ਘੜਦਾ ਕਿਵੇਂ ਹੈ। ਫਿਰ ਤਾਂ ਨਹੀਂ ਘੜ ਸਕਦਾ। ਇਹ ਹੁਣ ਉਹ ਬਹੁਤ ਗਿਆਨ ਖੰਡ ਦੀ ਅਵਸਥਾ 'ਚ ਆ ਗਏ ਆਪਾਂ ਵੀ ਅਸਲ ਵਿੱਚ ਬ੍ਰਹਮਾ ਵੀ ਤੂੰ ਆਪ ਹੀ ਬਣਿਆ ਹੋਇਆ। ਇਹ ਤਾਂ ਐਵੇਂ ਮਨੋਕਲਪਿਤ ਬ੍ਰਹਮਾ ਹੈ, ਇਹ ਤਾਂ ਐਵੇਂ ਰੂਪ ਰੰਗ ਵੇਸ ਸਾਰੇ ਮਨੋਕਲਪਿਤ ਹੀ ਹਨ। ਸਰਬੀ ਰੰਗੀ ਰੂਪੀ ਤੂੰ ਹੈ ਮੇਰੇ ਪਿਆਰੇ। ਉਹ ਸਾਰਿਆਂ ਰੰਗਾਂ ਵਿੱਚ, ਰੂਪਾਂ ਵਿੱਚ, ਰਸਾਂ ਵਿੱਚ ਤੂੰ ਆਪ ਹੀ ਬੈਠਾ। ਇਉਂ ਗਿਆਨ ਖੰਡ ਵਾਲਿਆਂ ਦੀ ਅਵਸਥਾ ਪ੍ਰਗਟ ਹੋ ਜਾਂਦੀ ਹੈ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਕਰਮ ਭੂਮੀ ਵੀ ਤੂੰ ਆਪ ਹੀ ਹੈ, ਸੁਮੇਰ ਪਰਬਤ ਰੂਪ ਵੀ ਤੂੰ ਆਪ ਹੀ ਹੈ, ਤੇ ਧੂ ਭਗਤ ਵੀ ਆਪ ਹੀ ਹੈ, ਉਪਦੇਸ਼ ਦੇਣ ਵਾਲਾ ਵੀ ਆਪ ਹੀ ਹੈ। ਸਾਰਾ ਕੁਝ ਆਪ ਹੀ ਬਣਿਆ ਹੋਇਆ।